ਹੈਲੋ ਦੋਸਤ ਹੈਲੋ ਦੋਸਤੋ, ਤੁਹਾਡੀ ਪੀਟੈਟ ਦੀ ਤਿਆਰੀ ਕਿਸ ਤਰ੍ਹਾਂ ਚੱਲ ਰਹੀ ਹੈ। ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਵਾਅਦਾ ਕੀਤਾ ਸੀਗਾ ਕਿ ਆਪਾਂ ਚਾਈਲਡ ਡਿਵੈਲਪਮੈਂਟ ਸਾਈਕੋਲੋਜੀ ਤੁਹਾਨੂੰ ਵਧੀਆ ਤਰੀਕੇ ਨਾਲ ਕਰਵਾਵਾਂਗੇ ਔਨਲਾਈਨ। ਤਾਂ ਉਸੇ ਵਾਅਦੇ ਨੂੰ ਪੂਰਾ ਕਰਦੇ ਹੋਏ ਅਸੀਂ ਸਭ ਤੋਂ ਪਹਿਲਾ ਚੈਪਟਰ ਲੈ ਕੇ ਤੁਹਾਡੇ ਅੱਗੇ ਪੇਸ਼ ਹੋਏ ਹਾਂ। ਵਟ ਇਜ਼ ਸਾਈਕੋਲੋਜੀ? ਸਾਈਕੋਲੋਜੀ ਕੀ ਹੈ? ਕਹਿੰਦੇ ਸਾਈਕੋਲੋਜੀ ਮਨੋਵਿਗਿਆਨ ਵਿਸ਼ਾ ਅਲੱਗ ਵਿਸ਼ਾ ਬਣਨ ਤੋਂ ਪਹਿਲਾਂ ਫਿਲੋਸਫੀ ਭਾਵ ਦਰਸ਼ਨ ਸ਼ਾਸਤਰ ਦਾ ਹਿੱਸਾ ਸੀ। ਇਹਦਾ ਭਾਵ ਇਹ ਹੋ ਗਿਆ ਕਿ ਜਿਹੜਾ ਮਨੋਵਿਗਿਆਨ ਹੈ ਉਹ ਪਹਿਲਾਂ ਇੱਕ ਅਲੱਗ ਸਬਜੈਕਟ ਅਲੱਗ ਵਿਸ਼ਾ ਨਹੀਂ ਸੀ। ਉਸ ਤੋਂ ਪਹਿਲਾਂ ਉਹ ਕਿਸ ਸਬਜੈਕਟ ਦਾ ਹਿੱਸਾ ਸੀ ਜਾਂ ਕਿਸ ਸਬਜੈਕਟ ਅੰਡਰ ਪੜ੍ਹਾਇਆ ਜਾਂਦਾ ਸੀ, ਤਾਂ ਉਹ ਫਿਲੋਸਫੀ ਅੰਡਰ ਪੜ੍ਹਾਇਆ ਜਾਂਦਾ ਸੀਗਾ ਜੀ। ਉਸ ਨੂੰ ਦਰਸ਼ਨ ਸ਼ਾਸਤਰ ਕਹਿੰਦੇ ਨੇ। ਹੁਣ ਇਹ ਆ ਗਈ ਜੀ ਸਾਈਕੋਲੋਜੀ ਦੀਆਂ ਡੈਫੀਨੇਸ਼ਨਸ ਆ ਗਈਆਂ ਕਿ ਸਾਈਕੋਲੋਜੀ ਦੀ ਕਿਵੇਂ ਇਹਦੀ ਡਿਵੈਲਪਮੈਂਟ ਹੋਈ ਹੈ, ਕਿਹੜੀਆਂ ਇਹਦੀਆਂ ਡੈਫੀਨੇਸ਼ਨਸ ਆਈਆਂ। ਤਾਂ ਉਹਨੂੰ ਲੈ ਕੇ ਇਹ ਇੱਕ ਪ੍ਰੋਸੈਸ ਹੈ, ਉਹਨੂੰ ਅੱਗੇ ਲੈ ਕੇ ਚੱਲਦੇ ਹਾਂ ਆਪਾਂ। ਸਭ ਤੋਂ ਪਹਿਲਾਂ ਜਿਹੜਾ ਨਾਮਕਰਨ ਕੀਤਾ ਗਿਆ ਮਨੋਵਿਗਿਆਨ ਦਾ ਉਹ ਹੈਗਾ ਸਟੱਡੀ ਆਫ ਸੋਲ, ਆਤਮਾ ਦਾ ਅਧਿਐਨ। ਕਹਿੰਦੇ ਮਨੋਵਿਗਿਆਨ ਨੂੰ ਸਭ ਤੋਂ ਪਹਿਲਾਂ ਆਤਮਾ ਦਾ ਵਿਗਿਆਨ ਕਿਹਾ ਗਿਆ। ਅਤੇ ਸਾਈਕੋਲੋਜੀ ਸ਼ਬਦ ਲਤਾਨੀ ਭਾਸ਼ਾ ਦੇ ਸ਼ਬਦ ਸਾਈਕੇ ਪਲਸ ਲੋਗਸ ਤੋਂ ਬਣਿਆ। ਸਾਈਕੇ ਦਾ ਅਰਥ ਹੈ ਸੋਲ ਭਾਵ ਆਤਮਾ, ਲੋਗਸ ਦਾ ਅਰਥ ਹੈ ਸਟੱਡੀ। ਤਾਂ ਦੋਨਾਂ ਨੂੰ ਮਿਲਾ ਕੇ ਕੀ ਬਣ ਗਿਆ? ਸਾਈਕੋਲੋਜੀ ਦਾ ਅਰਥ ਬਣ ਗਿਆ ਆਤਮਾ ਦੀ ਸਟੱਡੀ। ਹੁਣ ਅਤੇ ਇਸ ਦੇ ਸਮਰਥਕ ਕੌਣ ਕੌਣ ਸੀਗੇ ਜੀ? ਪਲੈਟੋ, ਅਰਸਤੂ ਅਤੇ ਹੋਰ ਯੂਨਾਨੀ ਵਿਦਵਾਨ। ਪਰ ਇਸ ਧਾਰਨਾ ਦੇ ਅਸਪਸ਼ਟ ਹੋਣ ਕਰਕੇ ਇਸ ਨੂੰ ਬਹੁਤ ਸਵੀਕਾਰਿਆ ਨਹੀਂ ਗਿਆ। ਇਹਦਾ ਕਹਿਣ ਦਾ ਮਤਲਬ ਇਹ ਹੋ ਗਿਆ ਕਿ ਤੁਹਾਨੂੰ ਪਤਾ ਆਤਮਾ ਦੀ ਸਟੱਡੀ ਨਹੀਂ ਕੀਤੀ ਜਾ ਸਕਦੀ, ਠੀਕ ਹੈ, ਉਹਨਾਂ ਨੂੰ ਨਹੀਂ ਦੇਖਿਆ ਜਾ ਸਕਦਾ ਇੱਦਾਂ। ਤਾਂ ਜਿਸ ਚੀਜ਼ ਦੀ ਸਟੱਡੀ ਨਾ ਹੋ ਸਕੇ, ਠੀਕ ਹੈ ਨਾ ਜੀ, ਉਸ ਨੂੰ ਫਿਰ ਆਪਾਂ ਮਨੋਵਿਗਿਆਨ ਕਿਵੇਂ ਕਹਿ ਸਕਦੇ ਹਾਂ? ਤਾਂ ਇਹ ਧਾਰਨਾ ਜਿਹੜੀ ਅਸਪਸ਼ਟ ਮਹਿਸੂਸ ਹੋਈ, ਇਸ ਕਰਕੇ ਇਹਨੂੰ ਬਹੁਤਾ ਸਵੀਕਾਰਿਆ ਨਹੀਂ ਗਿਆ ਅਤੇ ਇਸ ਦੀ ਆਲੋਚਨਾ ਹੋਈ। ਉਸ ਤੋਂ ਬਾਅਦ ਨਵੀਂ ਧਾਰਨਾ ਆਈ ਸਟੱਡੀ ਆਫ ਮਾਈਂਡ, ਮਨ ਦਾ ਅਧਿਐਨ ਜਾਂ ਦਿਮਾਗ ਦਾ ਅਧਿਐਨ। ਮਨ ਦੀ ਅਗਲੀ ਧਾਰਨਾ, ਠੀਕ ਹੈ, ਮਨੋਵਿਗਿਆਨ ਦੀ ਅਗਲੀ ਧਾਰਨਾ ਮਨ ਦਾ ਅਧਿਐਨ ਸੀ। ਇਸ ਧਾਰਨਾ ਦੇ ਸਮਰਥਕ ਜੌਨ ਲੌਕ, ਹਾਬਸ, ਕਾਂਤ ਵਿਦਵਾਨ ਸਨ। ਕਹਿੰਦੇ ਮਨ ਇੱਕ ਅੰਦਰੂਨੀ ਅਤੇ ਅਸਪਸ਼ਟ ਧਾਰਨਾ ਹੈ ਜਿਹਦੀ ਸਟੱਡੀ ਨਹੀਂ ਕੀਤੀ ਜਾ ਸਕਦੀ, ਜਿਸ ਕਰਕੇ ਇਸ ਦੀ ਵੀ ਆਲੋਚਨਾ ਕੀਤੀ ਜਾ ਸਕਦੀ ਹੈ, ਠੀਕ ਹੈ, ਕੀਤੀ ਗਈ। ਇੱਥੇ ਥੋੜ੍ਹਾ ਗਲਤ ਲਿਖਿਆ ਹੋਇਆ, ਨਹੀਂ ਕੀਤੀ ਗਈ, ਭਾਵ ਇਹ ਇਸ ਦੀ ਆਲੋਚਨਾ ਹੋਈ ਹੈ। ਹੁਣ ਆਲੋਚਨਾ ਇਸ ਕਰਕੇ ਹੋਈ ਹੈ ਕਿਉਂਕਿ ਜਿਹੜਾ ਮਾਈਂਡ ਹੈ, ਮਨ ਹੈ, ਠੀਕ ਹੈ, ਉਹ ਇੱਕ ਅੰਦਰੂਨੀ ਚੀਜ਼ ਹੈ, ਉਸ ਨੂੰ ਬਾਹਰੀ ਤੌਰ 'ਤੇ ਉਹਦੀ ਸਟੱਡੀ ਨਹੀਂ ਕੀਤੀ ਜਾ ਸਕਦੀ। ਅਤੇ ਇਸ ਕਰਕੇ ਇਹ ਵੀ ਜਿਹੜੀ ਡੈਫੀਨੇਸ਼ਨ ਸੀਗੀ ਅਧੂਰੀ ਸੀਗੀ। ਤਾਂ ਵਿਲੀਅਮ ਜੇਮਸ ਨੇ ਉਹਨੂੰ ਸਾਇੰਸ ਆਫ ਮੈਂਟਲ ਪ੍ਰੋਸੈਸ ਵੀ ਕਿਹਾ। ਮਤਲਬ ਇਹ ਇੱਕ ਸਪਸ਼ਟ ਜਵਾਬ ਨਹੀਂ ਦੇ ਪਾਈ, ਤਾਂ ਉਸ ਤੋਂ ਹੀ ਫਿਰ ਇਸ ਦੀ ਆਲੋਚਨਾ ਹੋਈ। ਤਾਂ ਫਿਰ ਤੀਜਾ ਕੰਸੈਪਟ ਬਣਿਆ ਦਾ ਸਟੱਡੀ ਆਫ ਕੌਨਸ਼ੀਅਸਨੈਸ, ਮਤਲਬ ਚੇਤਨਾ ਦਾ ਵਿਗਿਆਨ। ਇਹ ਧਾਰਨਾ ਦੇ ਸਮਰਥਕ ਹੈ ਜਿਹੜੇ ਵੁੰਟ ਹੋ ਗਿਆ, ਐਡਵਰਡ ਟਿਚਨਰ ਹੋ ਗਿਆ। ਵੁੰਟ ਨੇ 1879 ਦੇ ਵਿੱਚ ਪਹਿਲੀ ਮਨੋਵਿਗਿਆਨਕ ਲੈਬ ਲਗਾਈ ਸੀ। ਉਹ ਲੈਬ ਦਾ ਨਾਮ ਸੀਗਾ, ਕਿਹੜੀ ਯੂਨੀਵਰਸਿਟੀ 'ਚ ਲਗਾਈ ਸੀ? ਲਿਪਜ਼ਿਗ ਯੂਨੀਵਰਸਿਟੀ। ਕਿੱਥੇ ਹੈ ਇਹ? ਜਰਮਨੀ ਦੇ ਵਿੱਚ। ਕਦੋਂ ਲਗਾਈ? 1879 ਦੇ ਵਿੱਚ। ਅੱਜ ਕੱਲ੍ਹ ਇਸ ਯੂਨੀਵਰਸਿਟੀ ਦਾ ਨਾਮ ਕਾਰਲ ਮਾਰਕਸ ਯੂਨੀਵਰਸਿਟੀ ਹੈ। ਕਹਿਣ ਦਾ ਕੀ ਭਾਵ ਹੋ ਗਿਆ ਜੀ, ਇਹ ਜਿਹੜੇ ਆਹ ਕੁਐਸਚਨਸ ਨੇ ਪਹਿਲੀ ਲੈਬ ਵਾਲਾ, ਇਹ ਕਿੰਨੇ ਵਾਰੀ ਪੰਜਾਬ ਟੈਟ ਦੇ ਪੇਪਰ 'ਚ ਆ ਚੁੱਕਿਆ। 1879 ਦੇ ਵਿੱਚ ਪਹਿਲੀ ਮਨੋਵਿਗਿਆਨ ਲਗਾਈ ਗਈ। ਉਹ ਕਿੱਥੇ ਲਗਾਈ ਗਈ? ਲਿਪਜ਼ਿਗ ਯੂਨੀਵਰਸਿਟੀ। ਹੈ ਕਿੱਥੇ? ਜਰਮਨੀ ਦੇ ਵਿੱਚ। ਅੱਜ ਕੱਲ੍ਹ ਇਸ ਯੂਨੀਵਰਸਿਟੀ ਦਾ ਨਾਮ ਹੈ ਜਿਹੜਾ ਕਾਰਲ ਮਾਰਕਸ ਯੂਨੀਵਰਸਿਟੀ ਰੱਖਿਆ ਗਿਆ। ਹੁਣ ਜਿਹੜੀ ਉੱਪਰ ਆਪਾਂ ਗੱਲ ਕਰੀ ਸੀ ਦਾ ਸਟੱਡੀ ਆਫ ਕੌਨਸ਼ੀਅਸਨੈਸ। ਹੁਣ ਆਪਾਂ ਮਾਈਂਡ ਨੂੰ 3 ਹਿੱਸਿਆਂ 'ਚ ਵੰਡਦੇ ਹਾਂ: ਕੌਨਸ਼ੀਅਸ, ਸਬਕੌਨਸ਼ੀਅਸ ਅਤੇ ਅਨਕੌਨਸ਼ੀਅਸ, ਠੀਕ ਹੈ ਜੀ। ਕੌਨਸ਼ੀਅਸ ਮਾਈਂਡ ਜਿੱਤੇ ਤੁਹਾਡਾ ਆਪਾਂ ਕਹਿ ਸਕਦੇ ਹਾਂ ਕਿ ਤੁਹਾਡਾ ਕੰਟਰੋਲ ਹੁੰਦਾ ਹੈ ਨਾ, ਜਿਸ ਨੂੰ ਅਟੈਂਸ਼ਨ ਬੋਲ ਦਿੰਦੇ ਹਾਂ। ਇਹ ਸਬ ਅਟੈਂਸ਼ਨ ਹੋ ਗਈ ਕਿ ਕੁਛ ਗੱਲਾਂ ਜਿਵੇਂ ਤੁਸੀਂ ਸੁਣ ਵੀ ਰਹੇ ਹੋ ਤਾਂ ਧਿਆਨ ਤੁਹਾਡਾ ਕੁਛ ਹੋਰ ਪਾਸੇ ਵੀ ਰਹਿੰਦਾ, ਦਿਮਾਗ ਦੇ ਵਿੱਚ ਹੋਰ ਸਾਰੀਆਂ ਗੱਲਾਂ ਵੀ ਚੱਲ ਰਹੀਆਂ। ਫਿਜ਼ੀਕਲੀ ਤੁਸੀਂ ਉੱਥੇ ਹੈਗੇ ਹੋ ਬਟ ਦਿਮਾਗ ਦਾ ਬਹੁਤਾ ਹਿੱਸਾ ਕਿਤੇ ਹੋਰ ਵੀ ਤੁਰਿਆ ਫਿਰਦਾ, ਉਹ ਸਬਕੌਨਸ਼ੀਅਸ ਮਾਈਂਡ ਹੈ ਤੁਹਾਡਾ। ਅਨਕੌਨਸ਼ੀਅਸ ਮਾਈਂਡ ਜੋ ਤੁਹਾਡੇ ਕੰਟਰੋਲ 'ਚ ਨਹੀਂ ਹੁੰਦਾ, ਜਿਵੇਂ ਅਨਫੁਲਫਿਲ ਡਿਜ਼ਾਇਰ, ਤੁਹਾਡੀਆਂ ਫੀਲਿੰਗਸ, ਗੁੱਸਾ,
ਜੈਲਸੀ, ਇੱਦਾਂ ਉਹ ਤੁਹਾਡੇ ਅਚਾਨਕ ਤੁਹਾਡੇ ਅੰਦਰੋਂ ਨਿਕਲਦਾ ਉਹ ਅਨਕੌਂਸ਼ੀਅਸ ਮਾਈਂਡ ਹੁੰਦਾ। ਤਾਂ ਕਹਿੰਦੇ ਜੀ ਦੇਖੋ ਜੀ ਇਹਨਾਂ ਨੇ ਸਿਰਫ ਕੌਂਸ਼ੀਅਸ ਮਾਈਂਡ ਦੀ ਗੱਲ ਕੀਤੀ ਹੈ, ਕੌਂਸ਼ੀਅਸਨੈਸ ਦੀ ਗੱਲ ਕਰੀ ਹੈ, ਜੋ ਕਿ ਸਿਰਫ ਔਰ ਸਿਰਫ 10% ਹੈ। ਤਾਂ ਦੇਖੋ 20 + 90 70 ਮਤਲਬ 90% ਆ ਜਿਹੜਾ ਉਹ ਹਿੱਸਾ ਛੱਡ ਦਿੱਤਾ ਗਿਆ ਦਿਮਾਗ ਦਾ, ਸਿਰਫ 10% ਹਿੱਸੇ ਦੀ ਸਟੱਡੀ ਕੀਤੀ ਜਾ ਸਕਦੀ ਹੈ। ਤਾਂ ਇਹ ਸਟੱਡੀ ਅਧੂਰੀ ਹੀ ਹੋਵੇਗੀ। ਤਾਂ ਇਹ ਪੂਰਾ ਮਤਲਬ ਐਕੂਰੇਟ ਕਹਿ ਸਕਦੇ ਜਾਂ ਪੂਰੀ ਸਟੱਡੀ ਨਹੀਂ ਕੀਤੀ ਗਈ, ਇਸ ਕਰਕੇ ਇਸ ਜਿਹੜੇ ਕੌਂਸ਼ੀਅਸਨੈਸ ਦੇ ਕਨਸੈਪਟ ਨੂੰ ਵੀ ਨਕਾਰਿਆ ਗਿਆ। ਠੀਕ ਹੈ ਜੀ। ਕਹਿੰਦੇ ਜਿਹੜੇ ਮਨੁੱਖੀ ਦਿਮਾਗ ਦੀ ਤੁਲਨਾ ਆਈਸਬਰਗ ਨਾਲ ਕੀਤੀ ਜਾਂਦੀ ਹੈ, ਜਿਹੜਾ ਆਈਸਬਰਗ ਮਤਲਬ ਜਿਹੜਾ ਬਰਫ਼ ਦਾ ਪਹਾੜ ਹੁੰਦਾ ਸਮੁੰਦਰ ਦੇ ਵਿੱਚ, ਉਹਦੇ ਨਾਲ ਕੀਤੀ ਗਈ ਹੈ, ਕਿਉਂਕਿ ਉਹ ਉੱਤੇ ਘੱਟ ਹੁੰਦਾ ਨੀਚੇ ਵੱਧ ਹੁੰਦਾ, ਇਸ ਕਰਕੇ ਉਹਦੀ ਤੁਲਨਾ ਕੀਤੀ ਗਈ ਹੈ। ਇਹ ਕਿਹਨੇ ਕੀਤੀ? ਸਿਗਮੰਡ ਫਰਾਇਡ ਨੇ ਕੀਤੀ ਸੀਗੀ। ਭਾਰਤ ਵਿੱਚ ਪਹਿਲੀ ਮਨੋਵਿਗਿਆਨਕ ਲੈਬ 1976 ਵਿੱਚ ਕਲਕੱਤਾ ਵਿੱਚ ਲਗਾਈ ਗਈ ਡਾਕਟਰ NN ਸੇਨ ਗੁਪਤਾ ਨੇ। ਵੁੰਟ ਨੇ ਮਨੋਵਿਗਿਆਨ ਨੂੰ ਸਿਧਾਂਤਕ ਤੋਂ ਪ੍ਰਯੋਗੀ ਬਣਾਇਆ। ਇਹ ਵੀ ਕੁਐਸਚਨ ਆਇਆ ਹੋਇਆ, ਉਹ ਕਿਸ ਨੇ ਮਨੋਵਿਗਿਆਨ ਨੂੰ ਸਿਧਾਂਤਕ ਤੋਂ ਪ੍ਰਯੋਗੀ ਬਣਾਇਆ? ਕਿਉਂਕਿ ਪ੍ਰਯੋਗੀ ਇਸ ਕਰਕੇ ਬਣ ਗਿਆ ਕਿਉਂਕਿ ਇਹਨੇ ਪਹਿਲੀ ਮਨੋਵਿਗਿਆਨਕ ਲੈਬ ਲਗਾਈ ਸੀ। ਤਾਂ ਉੱਥੋਂ ਇਹ ਕੁਐਸਚਨ ਵੀ ਬਣ ਗਿਆ ਕਿ ਪਹਿਲੀ ਮਨੋਵਿਗਿਆਨਕ ਲੈਬ ਕਿਸ ਨੇ ਲਗਾਈ? ਵੁੰਟ ਨੇ ਲਗਾਈ। ਠੀਕ ਹੈ। ਕਦੋਂ ਲਗਾਈ? 1879 ਦੇ ਵਿੱਚ ਲਗਾਈ। ਕਿੱਥੇ ਲਗਾਈ? ਜਰਮਨੀ 'ਚ। ਯੂਨੀਵਰਸਿਟੀ ਕਿਹੜੀ ਸੀ? ਲਿਪਜ਼ਿਗ ਯੂਨੀਵਰਸਿਟੀ। ਠੀਕ ਹੈ। ਸੇ ਹੁਣ ਇਹਨੇ ਉਸੇ ਕਰਕੇ ਹੀ ਇਸ ਨੂੰ ਕਿਹਾ ਜਾਂਦਾ ਹੈ ਕਿ ਇਹ ਥਿਓਰੀ ਹੁੰਦੀ ਸੀ ਪਹਿਲਾਂ, ਥਿਓਰੀ ਤੋਂ ਇਹਨੇ ਪ੍ਰੈਕਟੀਕਲ ਵਾਲੇ ਪਾਸੇ ਮਨੋਵਿਗਿਆਨ ਨੂੰ ਲੈ ਗਿਆ। ਹੁਣ ਇਹ ਵੀ ਕਨਸੈਪਟ ਅਧੂਰਾ ਸੀਗਾ ਜੀ ਕੌਂਸ਼ੀਅਸਨੈਸ ਵਾਲਾ। ਤਾਂ ਫਿਰ ਹੁਣ ਚੌਥਾ ਕਨਸੈਪਟ ਆਇਆ ਦਾ ਸਟੱਡੀ ਆਫ ਬਿਹੇਵੀਅਰ। ਹੁਣ ਜਿਹੜਾ ਸਟੱਡੀ ਆਫ ਬਿਹੇਵੀਅਰ ਹੈ, ਠੀਕ ਹੈ ਜੀ, ਵਿਵਹਾਰ ਦਾ ਵਿਗਿਆਨ। ਕਹਿੰਦੇ ਸਾਈਕੋਲੋਜੀ ਇਜ਼ ਦੀ ਸਾਇੰਟੀਫਿਕ ਸਟੱਡੀ ਆਫ ਮਾਈਂਡ ਐਂਡ ਬਿਹੇਵੀਅਰ। ਇਹ ਡੈਫੀਨੇਸ਼ਨ ਹੈ ਕਿ ਮਨੋਵਿਗਿਆਨ ਸਾਇੰਟੀਫਿਕ ਸਟੱਡੀ ਹੈ ਮਨ ਅਤੇ ਬਿਹੇਵੀਅਰ ਦੀ। ਇਸ ਵਿੱਚ ਕੌਂਸ਼ੀਅਸ, ਸਬਕੌਂਸ਼ੀਅਸ, ਅਨਕੌਂਸ਼ੀਅਸ, ਫੀਲਿੰਗ, ਥੋਟਸ ਆਦਿ ਸਭ ਸ਼ਾਮਿਲ ਹੈ ਇਹਦੇ ਵਿੱਚ। ਠੀਕ ਹੈ। ਹੁਣ ਕਹਿੰਦੇ ਬਿਹੇਵੀਅਰ ਨੂੰ ਆਪਾਂ 3 ਹਿੱਸਿਆਂ 'ਚ ਵੰਡ ਸਕਦੇ ਹਾਂ, ਇੱਕ ਕੋਗਨੇਟਿਵ, ਇੱਕ ਕੋਨੇਟਿਵ, ਇੱਕ ਅਫੈਕਟਿਵ। ਕੋਗਨੇਟਿਵ ਮਤਲਬ ਇਹਨੂੰ ਆਪਾਂ ਹੈਡ ਕਹਿ ਸਕਦੇ ਹਾਂ, ਮਤਲਬ ਦਿਮਾਗ ਨਾਲ ਸੰਬੰਧਿਤ ਕਿਰਿਆਵਾਂ। ਥਿੰਕਿੰਗ ਹੋ ਗਿਆ, ਇਮੇਜਿੰਗ ਹੋ ਗਈ, ਇਮੈਜੀਨੇਸ਼ਨ, ਰੀਜ਼ਨਿੰਗ ਹੋ ਗਈ। ਇਹ ਜਿਹੜੀਆਂ ਕਿਰਿਆਵਾਂ ਨੇ ਦਿਮਾਗ ਕਰਦਾ, ਥੋੜ੍ਹੀ ਸੋਚ ਹੈ। ਠੀਕ ਹੈ। ਕੋਨੇਟਿਵ CONATIV ਕੋਨੇਟਿਵ ਜਾਂ ਮੋਟਰ ਐਕਟੀਵਿਟੀ, ਇਹਦੇ ਵਿੱਚ ਥੋੜ੍ਹੀਆਂ ਸਰੀਰਕ ਕਿਰਿਆਵਾਂ ਆ ਗਈਆਂ, ਉਹ ਦਿਮਾਗੀ ਆ ਗਈਆਂ, ਇਹ ਸਰੀਰਕ ਆ ਗਈਆਂ। ਰਨਿੰਗ, ਵਾਕਿੰਗ, ਈਟਿੰਗ। ਠੀਕ ਹੈ। ਜੋ ਵੀ ਆਪਾਂ ਸਰੀਰਕ ਪੱਖੋਂ ਕਿਰਿਆਵਾਂ ਕਰਦੇ ਹਾਂ। ਤਾਂ ਲਾਸਟ ਕੀ? ਅਫੈਕਟਿਵ ਭਾਵਨਾਵਾਂ, ਫੀਲਿੰਗਸ, ਹੰਗਰ, ਕਰਾਈ, ਸੈਡ, ਹੈਪੀ, ਲਵ, ਅਫੈਕਸ਼ਨ, ਇਹ ਸਾਰੀਆਂ ਫੀਲਿੰਗਸ ਨੇ। ਜਦੋਂ ਆਪਾਂ ਇਸ ਤਿੰਨਾਂ ਚੀਜ਼ਾਂ ਨੂੰ ਪੋਜ਼ੀਟਿਵ ਵੇ ਨਾਲ ਆਪਸ 'ਚ ਇਕੱਠਾ ਕਰਦੇ ਹਾਂ ਤਾਂ ਆਪਣਾ ਬਿਹੇਵੀਅਰ ਕ੍ਰੀਏਟ ਹੁੰਦਾ ਪੋਜ਼ੀਟਿਵ ਕਿ ਨੈਗੇਟਿਵ। ਤਿੰਨਾਂ ਦਾ ਪੋਜ਼ੀਟਿਵ ਹੋਣਾ ਜ਼ਰੂਰੀ ਹੈ, ਕਿਉਂਕਿ ਤੁਹਾਡੀ ਸੋਚ ਵਧੀਆ ਹੋਣੀ ਚਾਹੀਦੀ ਹੈ, ਤੁਹਾਡੀ ਸਰੀਰਕ ਐਕਟੀਵਿਟੀ ਵਧੀਆ ਹੋਣੀ ਚਾਹੀਦੀ ਹੈ, ਤੁਹਾਡੀ ਉਸ ਕਿਰਿਆ ਨੂੰ ਲੈ ਕੇ ਜਿਹੜੀ ਫੀਲਿੰਗ ਆ ਉਹ ਵਧੀਆ ਹੋਣੀ ਚਾਹੀਦੀ ਹੈ, ਤਾਂ ਹੀ ਤੁਹਾਡਾ ਜਿਹੜਾ ਬਿਹੇਵੀਅਰ ਹੈ ਵਧੀਆ ਸਾਹਮਣੇ ਨਿਕਲ ਕੇ ਆਊਗਾ। ਤਾਂ ਅਖੀਰ 'ਤੇ ਕੀ ਬਣ ਗਿਆ ਜੀ? ਮਨੋਵਿਗਿਆਨ ਦੀ ਜਿਹੜੀ ਡੈਫੀਨੇਸ਼ਨ ਆ ਉਹ ਤਿਆਰ ਹੋ ਗਈ। ਕੀ ਹੈ ਇਹ? ਮਨੋਵਿਗਿਆਨ ਇੱਕ ਵਿਵਹਾਰ ਦੀ ਸਟੱਡੀ ਹੈ, ਵਿਵਹਾਰ ਦਾ ਅਧਿਐਨ ਹੈ। ਇਸ ਵਿੱਚ ਕੀ ਕੀਤਾ ਜਾਂਦਾ ਹੈ? ਆਦਮੀ ਦੇ, ਮਨੁੱਖ ਦੇ, ਹਿਊਮਨ ਦੇ ਵਿਵਹਾਰ ਦਾ ਅਧਿਐਨ ਕੀਤਾ ਜਾਂਦਾ ਹੈ। ਉਸ ਸੰਬੰਧੀ ਕੀ ਆ ਗਿਆ ਜੀ? ਹੁਣ ਡੈਫੀਨੇਸ਼ਨਸ ਆ ਗਈਆਂ। ਠੀਕ ਹੈ ਜੀ। 1892 ਦੇ ਵਿੱਚ ਵਿਲੀਅਮ ਜੇਮਸ ਨੇ ਕੀ ਕੀਤਾ? ਸਾਈਕੋਲੋਜੀ ਐਜ਼ ਦਾ ਸਾਇੰਸ ਆਫ ਮੈਂਟਲ ਪ੍ਰੋਸੈਸਿਸ, ਮਤਲਬ ਜੋ ਮੈਂਟਲ ਪ੍ਰੋਸੈਸ ਕਰਦਾ ਹੈ ਉਹਦੀ ਸਾਇੰਟੀਫਿਕ ਸਟੱਡੀ ਨੂੰ ਮਨੋਵਿਗਿਆਨ ਦਾ ਨਾਮ ਦਿੱਤਾ ਗਿਆ। ਫਿਰ ਉੱਧਰੋਂ ਹੀ ਵੁੰਟ ਨੇ ਵੀ ਕੀ ਡਿਫਾਈਨ ਕੀਤਾ? ਸਾਈਕੋਲੋਜੀ ਐਜ਼ ਦਾ ਸਾਇੰਸ ਵਿਚ ਸਟੱਡੀ ਦਾ ਇੰਟਰਨਲ ਐਕਸਪੀਰੀਅੰਸ, ਜੋ ਅੰਦਰੂਨੀ ਐਕਸਪੀਰੀਅੰਸ ਨੂੰ ਦੀ ਸਟੱਡੀ ਕਰਦਾ ਹੈ ਉਸ ਨੂੰ ਵੁੰਟ ਨੇ ਕੀ ਕਿਹਾ? ਮਨੋਵਿਗਿਆਨ ਕਿਹਾ। ਅੱਗੇ ਆ ਗਿਆ ਜੀ ਵਿਲੀਅਮ ਮੈਕਡਲ ਨੇ ਕੀ ਕੀਤਾ? ਸਭ ਤੋਂ ਪਹਿਲਾਂ ਕਿਹਾ ਸਾਈਕੋਲੋਜੀ ਐਜ਼ ਦੀ ਸਾਇੰਸ ਆਫ ਬਿਹੇਵੀਅਰ। ਠੀਕ ਹੈ। ਇਹ ਬਿਹੇਵੀਅਰ ਦੀ ਸਾਇੰਸ ਹੈ, ਬਿਹੇਵੀਅਰ ਦਾ ਵਿਗਿਆਨ ਹੈ। ਠੀਕ ਹੈ। ਠੀਕ ਹੈ 1911 ਦੇ ਵਿੱਚ ਕੀ ਹੋਇਆ? WB ਪਿਲਸਬਰੀ ਆਲਸੋ ਡਿਫਾਈਨਡ ਦਾ ਸਾਈਕੋਲੋਜੀ ਐਜ਼ ਦਾ ਸਾਇੰਸ ਆਫ ਬਿਹੇਵੀਅਰ। ਠੀਕ ਹੈ। ਇਹਨਾਂ ਨੇ ਵੀ ਕੀਤੀ। JB ਵਾਟਸਨ ਨੇ ਵੀ ਡਿਫਾਈਨ ਕੀਤਾ ਸਾਇੰਸ ਆਫ ਬਿਹੇਵੀਅਰ। ਇਹ ਡੈਫੀਨੇਸ਼ਨਾਂ ਸੀ ਬਹੁਤ ਇੰਪੋਰਟੈਂਟ। ਇੱਕ RS ਵੁੱਡਵਰਥ ਦੀ ਡੈਫੀਨੇਸ਼ਨ ਹੈ ਸਾਈਕੋਲੋਜੀ ਐਜ਼ ਦੀ ਸਾਇੰਸ ਆਫ ਐਕਟੀਵਿਟੀ ਆਫ ਦਾ ਇੰਡੀਵਿਜੂਅਲ। ਜੋ ਵਿਅਕਤੀ ਐਕਟੀਵਿਟੀਜ਼ ਕਰਦਾ ਹੈ, ਜਦੋਂ ਆਪਾਂ ਉਹਦੀ ਸਟੱਡੀ ਕਰਦੇ ਹਾਂ ਤਾਂ ਉਹ ਕੀ ਹੈ? ਮਨੋਵਿਗਿਆਨ ਹੈ। ਠੀਕ ਹੈ ਜੀ। ਇਹ ਡੈਫੀਨੇਸ਼ਨਸ ਹੋ ਗਿਆ। ਹੁਣ ਇਹਦੇ ਨਾਲ ਹੀ ਇੱਕ ਛੋਟਾ ਜਿਹਾ ਇੱਕ ਚੈਪਟਰ ਆਪਾਂ ਬਾਰੇ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ।
ਹਿਸਟਰੀ ਆਫ ਸਾਈਕੋਲੋਜੀ। ਮਨੋਵਿਗਿਆਨ ਦਾ ਇਤਿਹਾਸ ਹੈ ਕੀ? ਮਨੋਵਿਗਿਆਨ ਦੇ ਵਿੱਚ ਇੱਕ ਵਿਵਹਾਰਵਾਦ ਹੁੰਦਾ ਜੀ, ਬਿਹੇਵੀਅਰਿਜ਼ਮ। ਠੀਕ ਹੈ, ਵਿਵਹਾਰ ਦਾ ਪਿਤਾਮਾ ਜੀ JV ਵਾਟਸਨ। ਠੀਕ ਹੈ ਜੀ, JV ਵਾਟਸਨ। ਠੀਕ ਹੈ ਨਾ ਜੀ, ਇਹਨੂੰ ਵਿਵਹਾਰਵਾਦ ਦਾ ਪਿਤਾਮਾ ਕਿਹਾ ਜਾਂਦਾ ਹੈ ਜੀ। ਵਿਵਹਾਰਵਾਦ ਦੀ ਧਾਰਨਾ ਜੌਨ ਲੌਕ ਦੇ ਵਿਚਾਰਾਂ ਤੋਂ ਪ੍ਰਭਾਵਿਤ ਸੀ, ਕਿਉਂਕਿ ਜੌਨ ਲੌਕ ਨੇ ਕੀ ਕਿਹਾ ਸੀਗਾ ਕਿ ਬੱਚੇ ਜਿਹੜੇ ਹੁੰਦੇ ਆ ਕੋਰੀਸਲੇਟ ਹੁੰਦੇ ਆ, ਭਾਵ ਉਸਨੇ ਹੈਡਿਟੀ ਨੂੰ ਜ਼ਿਆਦਾ ਇੰਪੋਰਟੈਂਸ ਨਹੀਂ ਦਿੱਤੀ, ਉਹਨੇ ਇਨਵਾਇਰਮੈਂਟ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਸੀ। ਕਿਉਂਕਿ ਜੌਨ ਲੌਕ ਕਹਿੰਦਾ ਸੀਗਾ ਕਿ ਬੱਚਾ ਕੋਰੀਸਲੇਟ ਹੁੰਦਾ ਹੈ, ਬੱਚੇ ਜਦੋਂ ਜੰਮਦਾ ਉਹਦੇ ਵਿੱਚ ਬਹੁਤੀਆਂ ਕੋਈ ਚੀਜ਼ ਨਹੀਂ ਹੁੰਦਾ, ਇੱਕ ਖਾਲੀ ਕੋਰਾ ਕਾਗਜ਼ ਹੁੰਦਾ ਹੈ, ਕੋਰੀਸਲੇਟ ਹੁੰਦੀ ਹੈ। ਜਿਵੇਂ ਜਿਵੇਂ ਉਹਨੂੰ ਇਨਵਾਇਰਮੈਂਟ ਵਧੀਆ ਮਿਲੀ ਜਾਊਗਾ ਬੱਚਾ ਉਸ ਤਰ੍ਹਾਂ ਉਹਦੇ ਕੋਰੀਸਲੇਟ 'ਤੇ ਕੁਛ ਵੀ ਤੁਸੀਂ ਉਹ ਲਿਖ ਸਕਦੇ ਹੋ। ਇਸੇ ਕਰਕੇ ਉਹਨੇ ਇੱਕ ਕੀਤਾ, ਇੱਕ ਆਪਦੀ ਸਟੇਟਮੈਂਟ ਦਿੱਤੀ ਸੀ JV ਵਾਟਸਨ ਨੇ ਕਿ ਮੈਨੂੰ ਤੁਸੀਂ ਦਰਜਨ ਸਿਹਤਮੰਦ ਬੱਚੇ ਦਿਓ, ਮੈਂ ਉਹਨਾਂ ਨੂੰ ਵਾਤਾਵਰਨ ਨਾਲ ਕਿਰਿਆ ਕਰਾ ਕੇ ਵਾਤਾਵਰਨ ਨਾਲ ਉਹਨਾਂ ਨੂੰ ਉਹ ਬਣਾ ਦੇਵਾਂਗਾ ਜੋ ਤੁਸੀਂ ਚਾਹੁੰਦੇ ਹੋ, ਜਿਵੇਂ ਡਾਕਟਰ, ਵਕੀਲ, ਕਲਾਕਾਰ, ਵਿਗਿਆਨੀ, ਕੁਛ ਵੀ। ਭਾਵ ਕਿ JV ਵਾਟਸਨ ਇਹ ਕਹਿੰਦਾ ਸੀ ਕਿ ਮੈਨੂੰ ਤੁਸੀਂ ਕਿਸੇ ਵੀ ਤਰ੍ਹਾਂ ਦੇ ਬਸ ਸਿਹਤਮੰਦ ਬੱਚੇ ਦੇ ਦਿਓ, ਮੈਂ ਉਹਨੂੰ ਇਹੋ ਜਿਹਾ ਵਾਤਾਵਰਨ ਬਣਾ ਦੇਊਂਗਾ ਕਿ ਜੋ ਤੁਸੀਂ ਚਾਹੁੰਦੇ ਹੋ ਉਹੀ ਬੱਚੇ ਬਣਨਗੇ ਜੀ। ਠੀਕ ਹੈ ਜੀ। ਵਿਵਹਾਰਵਾਦ ਦਾ ਸਮਰਥਕ ਕੌਣ ਕੌਣ ਨੇ ਸੀ ਜੀ? BF ਸਕਿਨਰ, JV ਵਾਟਸਨ, ਪੈਵਲਵ, ਥੋਰਨਡਾਈਕ, ਕਲਾਰਕ ਹਲ, ਠੀਕ ਹੈ, ਰੇਨਰ ਹੋ ਗਿਆ, ਟੋਲਮੈਨ, ਐਲਬਰਟ ਬੰਦੂਰਾ ਜੀ। ਵਿਵਹਾਰਵਾਦ ਨੂੰ ਫਸਟ ਵੇਵ ਜਾਂ ਫਸਟ ਫੋਰਸ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹਨੂੰ ਪਹਿਲਾ ਦਰਜਾ ਮਨੋਵਿਗਿਆਨ ਦੇ ਵਿੱਚ ਮਿਲਦਾ ਹੈ। ਦੂਜਾ ਹੈਗਾ ਜੀ ਸਾਈਕੋ ਐਨਾਲਿਸਿਸ। ਹੁਣ ਸਾਈਕੋ ਐਨਾਲਿਸਿਸ ਜਿਹੜੀ ਵਿਚਾਰਧਾਰਾ ਸੀਗੀ ਉਸ ਦਾ ਪਿਤਾਮਾ ਸਿਗਮੰਡ ਫਰਾਇਡ ਨੂੰ ਮੰਨਿਆ ਜਾਂਦਾ ਹੈ। ਇਹ ਕੀ ਕਹਿੰਦੇ ਆ ਜੀ? ਕਹਿੰਦੇ ਮਾਈਂਡ ਇਜ਼ ਰਿਸਪੋਂਸੀਬਲ ਫॉर ਬੋਥ ਕੌਨਸ਼ੀਅਸ ਐਂਡ ਅਨਕੌਨਸ਼ੀਅਸ ਮਾਈਂਡ, ਕਿ ਜਿਹੜਾ ਦਿਮਾਗ ਹੈ ਉਹ ਕੌਨਸ਼ੀਅਸ, ਠੀਕ ਹੈ, ਉਹ ਰਿਸਪੋਂਸੀਬਲ ਹੈ ਕੌਨਸ਼ੀਅਸ, ਅਤੇ ਜਿਹੜਾ ਅਨਕੌਨਸ਼ੀਅਸ ਤੁਸੀਂ ਐਕਟੀਵਿਟੀਜ਼ ਕਰਦੇ ਹੋ ਉਹਦੇ ਲਈ ਜਿਹੜਾ ਮਾਈਂਡ ਹੈ ਉਹ ਰਿਸਪੋਂਸੀਬਲ ਹੈ। ਇਸ ਨੇ ਹੀ ਆਪਣਾ ਕੌਨਸ਼ੀਅਸ, ਸਬਕੌਨਸ਼ੀਅਸ ਅਤੇ ਅਨਕੌਨਸ਼ੀਅਸ ਦਾ ਕੰਸੈਪਟ ਦਿੱਤਾ ਸੀ, ਅਤੇ ਈਗੋ, ਸੁਪਰ ਈਗੋ ਅਤੇ ਇੱਦ ਦਾ। ਹੁਣ ਈਗੋ, ਸੁਪਰ ਈਗੋ, ਇੱਦ ਹੁੰਦੀ ਕੀ ਹੈ? ਇੱਦ ਹੁੰਦੀ ਹੈ ਇੱਕ ਤਰ੍ਹਾਂ ਦਾ ਐਨੀਮਲ ਇਨ ਮੈਨ, ਮਤਲਬ ਜਦੋਂ ਤੁਹਾਡੇ ਅੰਦਰ ਇੱਕ ਤਰ੍ਹਾਂ ਜਮਾਂ ਸਿੰਪਲ ਭਾਸ਼ਾ ਦੇ ਵਿੱਚ ਦੱਸਿਆ ਜਾਵੇ, ਤੁਹਾਡੇ 'ਚ ਪਸ਼ੂ ਬਿਰਤੀ ਆ ਜਾਂਦੀ। ਜਦੋਂ ਇਹ ਪਰਸਨੈਲਿਟੀ ਵਾਲੇ ਚੈਪਟਰ ਦੇ ਵਿੱਚ ਡਿਟੇਲ 'ਚ ਕਰਾਂਗੇ ਆਪਾਂ, ਇੱਕ ਮੋਟਾ ਮੋਟਾ ਤੁਹਾਨੂੰ ਇੱਥੇ ਦੱਸ ਰਿਹਾ ਮੈਂ। ਇੱਦ ਹੁੰਦੀ ਹੈ ਇੱਕ ਪਸ਼ੂ ਬਿਰਤੀ ਦਾ ਤੁਹਾਡੇ ਅੰਦਰ ਆ ਜਾਣਾ, ਮਤਲਬ ਇੱਕ ਤਰ੍ਹਾਂ ਸ਼ੈਤਾਨ ਰੂਪ। ਠੀਕ ਹੈ ਨਾ ਜੀ। ਇੱਕ ਹੁੰਦੀ ਹੈ ਜੀ ਆਪਣੀ ਸੁਪਰ ਈਗੋ। ਸੁਪਰ ਈਗੋ ਹੁੰਦੀ ਹੈ ਜੀ ਜਿਹਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਇੱਕ ਗੋਡ ਇਨ ਮੈਨ, ਮਤਲਬ ਕਿ ਇਹ ਪਰਮਾਤਮਾ ਦਾ ਵਾਸ, ਇੱਕ ਜਿਹ 'ਚ ਮੋਰਲ ਵੈਲਿਊ ਜ਼ਿਆਦਾ ਹੁੰਦੀਆਂ ਨੇ। ਠੀਕ ਹੈ, ਠੰਡੇ ਮਤੇ ਵਾਲਾ ਬੰਦਾ ਹੁੰਦਾ, ਠੀਕ ਹੈ, ਠਰਮੇ ਵਾਲਾ ਬੰਦਾ ਹੁੰਦਾ, ਪੇਸ਼ੈਂਸ ਵਾਲਾ ਬੰਦਾ ਹੁੰਦਾ ਹੈ, ਉਹ ਸੁਪਰ ਈਗੋ 'ਚ, ਕਿਉਂਕਿ ਉਹ 'ਚ ਮੋਰਲ ਵੈਲਿਊ ਜ਼ਿਆਦਾ ਹੁੰਦੀ ਹੈ, ਮਤਲਬ ਗੋਡ ਇਨ ਮੈਨ ਹੋ ਗਿਆ। ਈਗੋ ਕੀ ਹੋ ਗਿਆ? ਬੈਲੈਂਸ ਦੋਨਾਂ ਦਾ ਬੈਲੈਂਸ, ਮਤਲਬ ਨਾਲ ਉਹ 'ਚ ਕਦੇ ਕਦੇ ਇੱਦ ਵੀ ਹੁੰਦੀ ਹੈ ਅਤੇ ਕਦੇ ਕਦੇ ਉਹਦੇ ਵਿੱਚ ਸੁਪਰ ਈਗੋ ਵੀ ਹੁੰਦਾ। ਇਹ ਮਿਕਸਚਰ ਹੈ ਦੋਨਾਂ ਦਾ, ਬੈਲੈਂਸ ਹੈ ਦੋਨਾਂ ਦਾ, ਉਹਨੂੰ ਈਗੋ ਦਾ ਨਾਮ ਦਿੱਤਾ। ਇੱਕ ਸਾਈਕੋ ਸੈਕਸੁਅਲ ਡਿਵੈਲਪਮੈਂਟ ਥਿਓਰੀ ਹੈ ਜੀ, ਉਹੀ ਜਿਹਨੂੰ ਆਪਾਂ ਲਿਬਿਡੋ ਸਿਧਾਂਤ ਵੀ ਬੋਲਦੇ ਹਾਂ, ਉਹ ਵੀ ਸਿਗਮੰਡ ਫਰਾਇਡ ਦੀ ਹੈ। ਉਹ ਜਦੋਂ ਅੱਗੇ ਆਊਗੀ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। 5 ਸਟੇਜਸ ਨੇ ਉਹਦੀਆਂ। ਠੀਕ ਹੈ ਨਾ ਜੀ। ਇਹ ਸਿਧਾਂਤ ਕਹਿੰਦੇ ਵਿਵਹਾਰਵਾਦ ਸਿਧਾਂਤ ਨਾਲੋਂ ਪਹਿਲਾਂ ਆ ਗਿਆ ਸੀ, ਪਰ ਪ੍ਰਸਿੱਧੀ ਜਿਹੜੀ ਹੈਗੀ ਆ, ਫੇਮਸ ਆ ਜਿਹੜਾ, ਉਹ ਵਿਵਹਾਰਵਾਦ ਤੋਂ ਬਾਅਦ ਵਿੱਚ ਹੋਇਆ। ਇਸ ਧਾਰਨਾ ਨੂੰ ਮਨੋਵਿਗਿਆਨ ਦੀ ਸੈਕਿੰਡ ਵੇਵ ਵੀ ਕਿਹਾ ਜਾਂਦਾ ਹੈ। ਤੀਜਾ ਆ ਗਿਆ ਜੀ ਹਿਊਮਨਿਜ਼ਮ, ਇਨਸਾਨਵਾਦੀ। ਇਸ ਦਾ ਪਿਤਾਮਾ ਇਬਰਾਹਿਮ ਮੈਸਲੋ ਨੂੰ ਮੰਨਿਆ ਜਾਂਦਾ ਹੈ। ਇਹ ਸਿਧਾਂਤ 20ਵੀਂ ਸੈਂਚੁਰੀ, ਕਹਿਣ ਦਾ ਭਾਵ ਹੋ ਗਿਆ 20ਵੀਂ ਸਦੀ ਦੇ ਵਿੱਚ ਆਇਆ। ਇਸ ਨੂੰ ਥਰਡ ਫੋਰਸ ਵੀ ਮੰਨਿਆ ਜਾਂਦਾ ਹੈ। ਆਲ ਪੀਪਲ ਆਰ ਇਨਹੈਰੈਂਟਲੀ ਗੁੱਡ, ਮਤਲਬ ਇਹ ਕੀ ਕਹਿੰਦੇ ਆ ਜੀ? ਇਹ ਹਿਊਮਨ ਡਿਵੈਲਪਮੈਂਟ ਦੀ ਗੱਲ ਕਰਦੇ ਸੀਗੇ। ਕਹਿੰਦੇ ਜਿਹੜੇ ਆਲ ਹਿਊਮਨਸ ਨੇ, ਆਲ ਪੀਪਲ ਨੇ, ਜਮਾਂਦਰੂ ਤੌਰ 'ਤੇ ਉਹ ਚੰਗੇ ਹੀ ਹੁੰਦੇ ਨੇ, ਸੁਭਾਅ ਤੌਰ 'ਤੇ ਉਹ ਚੰਗੇ ਹੀ ਹੁੰਦੇ ਨੇ। ਫੋਕਸ ਔਨ ਹਿਊਮਨ ਡਿਵੈਲਪਮੈਂਟ, ਫੋਕਸ ਔਨ ਹਿਊਮਨ ਕ੍ਰੀਏਟੀਵਿਟੀ, ਫਰੀ ਵਿਲ ਐਂਡ ਪੋਜ਼ੀਟਿਵ ਹਿਊਮਨ ਪੋਟੈਂਸ਼ੀਅਲ, ਕਿ ਬੱਚੇ ਜਿਹੜੀ ਪੋਟੈਂਸ਼ੀਅਲ ਆ ਪੋਜ਼ੀਟਿਵ ਹੋਵੇ, ਉਹਦੀ ਇਹ ਫੋਕਸ ਕਰਦੇ ਸੀ। ਹਿਊਮਨਿਸਟਿਕ ਸਾਈਕੋਲੋਜੀ ਇਜ਼ ਅਰਲੀ ਸੋਰਸਿਸ ਵਾਜ਼ ਦੀ ਵਰਕ ਆਫ ਕਾਰਲ ਰੋਜਰ। ਹੁਣ ਜਿਹੜੇ ਕਾਰਲ ਰੋਜਰ ਦੀਆਂ ਬੁੱਕਸ ਸੀਗੀਆਂ, ਉਹਦਾ ਵਰਕ ਸੀਗਾ, ਉਹ ਤੋਂ ਹਿਊਮਨ ਸਾਈਕੋਲੋਜੀ ਦੇ ਜਿਹੜੇ ਸੀਗੇ ਸੋਰਸ ਪ੍ਰਾਪਤ ਹੋਏ। ਇਬਰਾਹਿਮ ਮੈਸਲੋ ਟੂ ਸਟੱਡੀ ਸੈਲਫ, ਇਬਰਾਹਿਮ ਮੈਸਲੋ ਦੀ ਇੱਕ ਮੋਟੀਵੇਸ਼ਨ ਵਾਲੇ ਚੈਪਟਰ ਦੇ ਵਿੱਚ ਇਬਰਾਹਿਮ ਮੈਸਲੋ ਦੀ ਥਿਓਰੀ ਵੀ ਹੈਗੀ ਜੀ, ਸੈਲਫ ਐਕਚੁਅਲਾਈਜੇਸ਼ਨ, ਲੋੜਾਂ ਦਾ ਸਿਧਾਂਤ, ਨੀਡ ਥਿਓਰੀ। ਠੀਕ ਹੈ ਜੀ। ਇੱਕ ਠੀਕ ਹੈ ਨਾ ਜੀ, ਉਹ ਥਿਓਰੀ ਵੀ ਹੈਗੀ ਹੈ, ਉਹ ਆਪਾਂ ਅੱਗੇ ਕਰਾਂਗੇ। ਠੀਕ ਹੈ ਜੀ। ਹੁਣ ਹਿਊਮਨਿਜ਼ਮ ਵਾਲੇ ਕੀ ਕਹਿੰਦੇ ਸੀਗੇ? ਇਹ 'ਚ 2 ਬੰਦੇ ਮੇਨ ਨੇ, ਇੱਕ ਤਾਂ ਇਬਰਾਹਿਮ ਮੈਸਲੋ, ਦੂਸਰਾ ਕਾਰਲ ਰੋਜਰ। ਇਹ ਬੰਦੇ ਹਿਊਮਨ ਡਿਵੈਲਪਮੈਂਟ ਦੀ ਗੱਲ ਕਰਦੇ ਸੀਗੇ,
ਤੇ ਉਹ ਕਿਵੇਂ ਕਿਸੇ ਵੀ ਤਰ੍ਹਾਂ ਕਹਿੰਦੇ ਜੀ ਹਿਊਮਨ ਦੀ ਠੀਕ ਹੈ ਜੋ ਐਬਿਲਿਟੀਜ਼ ਨੂੰ ਵਧਾਇਆ ਜਾ ਸਕੇ ਤੇ ਉਹਦੀ ਵੱਧ ਤੋਂ ਵੱਧ ਕੀ ਕਰੇ ਆਲ ਅਰਾਊਂਡ ਡਿਵੈਲਪਮੈਂਟ ਕੀਤੀ ਜਾ ਸਕੇ। ਅਗਲਾ ਜਿਹੜੇ ਵਿਚਾਰਧਾਰਾ ਆਈ ਸੀਗੀ ਇਹਦੇ ਵਿੱਚ ਜੋ ਕਿ ਕਾਫੀ ਫੇਮਸ ਹੋਈ ਉਹ ਗੈਸਟਾਲਟਿਜ਼ਮ ਸੀਗੀ। ਇਹਨੂੰ ਪੰਜਾਬੀ ਦੇ ਵਿੱਚ ਵੀ ਗੈਸਟਾਲਟਵਾਦੀ ਬੋਲਦੇ ਸੀ। ਇਹ ਜਿਹੜਾ ਇਸ ਦਾ ਜਨਮ ਹੈ ਜਿਹੜਾ ਉਹ ਜਰਮਨੀ ਦੇ ਵਿੱਚ ਹੋਇਆ ਸੀਗਾ ਜੀ। 20ਵੀਂ ਸਦੀ ਦੇ ਸ਼ੁਰੂਆਤੀ ਸਮੇਂ ਵਿੱਚ ਇਹ ਜਰਮਨੀ ਦੇ ਵਿੱਚ ਮਤਲਬ ਆਸਟਰੀਆ ਅਤੇ ਜਰਮਨੀ ਦੇ ਵਿੱਚ ਹੈ ਨਾ ਇਹ ਵਿਚਾਰ ਪੈਦਾ ਹੋਇਆ। ਤੇ ਇਹਨਾਂ ਨੂੰ ਵੁੰਟ ਅਤੇ ਟਿਚਨਰ, ਵੁੰਟ ਕੀ ਸੀਗਾ ਜਿਹਨੇ ਉਹੀ ਸਾਈਕੋਲੋਜੀਕਲ ਲੈਬ ਵਾਲਾ ਸੀ ਪਹਿਲੀ, ਵੁੰਟ ਅਤੇ ਟਿਚਨਰ ਉਹਦਾ ਸਟੂਡੈਂਟ ਸੀਗਾ। ਤੇ ਸਿਧਾਂਤ ਨੂੰ ਠੀਕ ਹੈ ਇਹਨਾਂ ਨੇ ਅਵਿਸਵੀਕਾਰ ਕੀਤਾ, ਮਤਲਬ ਇਹਨਾਂ ਨੇ ਮੰਨਿਆ ਨਹੀਂ ਗੈਸਟਾਲਟ ਨੇ ਕਿ ਉਹ ਜਿਹੜੇ ਉਹਨਾਂ ਦੇ ਵਿਚਾਰ ਸੀਗੇ ਉਹ ਗਲਤ ਨੇ। ਤਾਂ ਗੈਸਟਾਲਟ ਮੀਨਸ ਕੀ ਹੁੰਦਾ ਫੋਰਮ ਠੀਕ ਹੈ ਇੰਟਰਪਟਡ ਐਜ਼ ਏ ਪੈਟਰਨ ਕਨਫੀਗਰੇਸ਼ਨ, ਮਤਲਬ ਕਹਿਣ ਦਾ ਕੀ ਭਾਵ ਹੋ ਗਿਆ ਜੀ ਗੈਸਟਾਲ ਦੇ ਵਿੱਚ ਇੱਕ ਮੇਨ ਟਰਮ ਆਉਂਦੀ ਹੈ ਜੀ ਹੋਲਨੈਸ। ਇਹ ਬੰਦੇ ਕਹਿੰਦੇ ਜੀ ਤੁਸੀਂ ਹਮੇਸ਼ਾ ਜਿਹੜੀ ਸੋਚ ਹੈ ਤੁਹਾਡੀ ਪਰਸੈਪਸ਼ਨ ਆ ਉਹ ਐਜ਼ ਏ ਹੋਲ ਹੋਣੀ ਚਾਹੀਦੀ ਹੈ। ਮਤਲਬ ਕੀ ਹੈ ਤੁਹਾਡੀ ਸੋਚ ਟੁਕੜਿਆਂ 'ਚ ਵੰਡੀ ਹੋਣੀ, ਕੌਨਸ਼ੀਅਸਨੈਸ ਪਾਰਟਸ ਦੇ ਵਿੱਚ ਡਿਵਾਈਡੇਸ਼ਨ ਨਾ ਹੋਵੇ। ਤੁਸੀਂ ਹੋਲਨੈਸ ਇਹ 'ਚ ਤੁਹਾਨੂੰ ਸੁਣਿਆ ਹੀ ਹੋਊਗਾ ਇਨਸਾਈਟ ਥਿਓਰੀ ਆਊਗੀ ਜਿਸ 'ਚ ਚਿੰਪੈਂਜੀ ਹੁੰਦਾ ਸੁਲਤਾਨ ਨਾਮ ਦਾ, ਉਹਨੇ ਕੇਲੇ ਠੀਕ ਹੈ ਭੁੱਖ ਲੱਗੀ ਕੇਲੇ ਉਤਾਰਨੇ ਹੁੰਦੇ ਆ ਛੱਤ ਕੋਲੋਂ, ਉਹ ਐਕਸਪੈਰੀਮੈਂਟ ਆਊਗਾ ਜੀ। ਕਹਿੰਦੇ ਦੇਖੋ ਜੀ ਦਾ ਹੋਲ ਇਜ਼ ਮੋਰ ਦੈਨ ਦਾ ਸਮ ਆਫ ਇਟਸ ਪਾਰਟ, ਮਤਲਬ ਜਿਹੜਾ ਹੋਲਨੈਸ ਹੈ ਉਹ ਜ਼ਿਆਦਾ ਹੁੰਦਾ ਹੈ, ਜ਼ਿਆਦਾ ਵਧੀਆ ਹੁੰਦਾ ਹੈ ਇਹਦੇ ਜਿਹੜੇ ਪਾਰਟਸ ਹੈ ਉਹਦੇ ਨਾਲੋਂ ਠੀਕ ਹੈ। ਇਸ ਧਾਰਨਾ ਦਾ ਪਿਤਾਮਾ ਮੈਕਸ ਵਰਦਮਰ ਸੀ। ਹੋਰ ਸਮਰਥਕ ਕੌਣ ਸੀ ਜੀ ਕੋਲਰ, ਕਰਟ ਕੋਫਕਾ ਠੀਕ ਹੈ ਜੀ। ਦੇਖੋ ਪਰਸੈਪਸ਼ਨ ਐਜ਼ ਏ ਹੋਲ ਇਨਸਾਈਟ ਥਿਓਰੀ ਇਨਸਾਈਟ ਕੋਲਰ ਨੇ ਦਿੱਤੀ ਹੈ ਜੀ ਜੋ ਕਿ ਅੱਗੇ ਆਊਗੀ ਠੀਕ ਹੈ। ਲਾਸਟ ਰਹਿ ਗਿਆ ਜੀ ਕੰਸਟਰਕਟਿਜ਼ਮ, ਨਿਰਮਾਣਵਾਦੀ, ਇਹਨੂੰ ਰਚਨਾਵਾਦੀ ਵੀ ਬੋਲਦੇ ਆ ਜੀ। ਇਸ ਧਾਰਨਾ ਦਾ ਪਿਤਾਮਾ ਜਿਹੜਾ ਜੀਨ ਪਿਆਜੇ ਹੈ। ਇਸ ਧਾਰਨਾ ਦੇ ਅਨੁਸਾਰ ਬੱਚੇ ਆਪਣੇ ਗਿਆਨ ਦੇ ਨਿਰਮਾਤਾ ਖੁਦ ਹੁੰਦੇ ਨੇ, ਨੌਲੇਜ ਬਿਲਡਰ ਹੁੰਦੇ ਨੇ, ਆਪਣੇ ਗਿਆਨ ਆਪਣੇ ਆਈਡੀਆਜ਼ ਬੱਚੇ ਖੁਦ ਕ੍ਰੀਏਟ ਕਰਦੇ ਆ। ਉਹ ਸ਼ੁਰੂਆਤੀ ਸਮੇਂ ਦੇ ਵਿੱਚ ਥੋੜ੍ਹਾ ਜਿਹਾ ਆਪਣਾ ਗਿਆਨ ਸਮਾਜ ਤੋਂ ਲੈਂਦੇ ਆ, ਉਦੋਂ ਬਾਅਦ ਉਸੇ ਗਿਆਨ ਦੇ ਆਧਾਰ 'ਤੇ ਉਹ ਕੁਛ ਨਵਾਂ ਗਿਆਨ ਕੀ ਕਰਦੇ ਰਹਿੰਦੇ ਆ ਕ੍ਰੀਏਟ ਕਰਦੇ ਆ। ਬੱਚੇ ਛੋਟੇ ਵਿਗਿਆਨੀ ਹੁੰਦੇ ਨੇ। ਇਸ ਧਾਰਨਾ ਨੂੰ ਦੋ ਹਿੱਸਿਆਂ 'ਚ ਵੰਡਿਆ ਗਿਆ, ਇੱਕ ਪਾਸੇ ਕੋਗਨੀਟਿਵ ਆ ਗਿਆ, ਇੱਕ ਪਾਸੇ ਸੋਸ਼ਲ। ਜੀਨ ਪਿਆਜੇ ਆ ਗਿਆ, ਜੀਨ ਕਹਿੰਦਾ ਬੱਚਾ ਆਪਣੇ ਐਕਸਪੀਰੀਅੰਸ ਲੈ ਕੇ ਆਪਣੇ ਗਿਆਨ ਦਾ ਨਿਰਮਾਣ ਖੁਦ ਕਰਦਾ ਹੈ ਅਤੇ ਬੱਚਾ ਇਕੱਲਾ ਹੀ ਗਿਆਨ ਦਾ ਨਿਰਮਾਤਾ ਬਣਦਾ ਹੈ ਅਤੇ ਭਾਵ ਖੁਦ ਆਪਣੇ ਗਿਆਨ ਦੇ ਰਚਨਹਾਰ ਹੈ। ਵੈਗੋਸਤੀ ਕੀ ਕਹਿੰਦਾ ਜੀ ਸਮਾਜ ਪਹਿਲਾਂ, ਸਮਾਜ ਦੇ ਵਿੱਚ ਜਦੋਂ ਬੱਚਾ ਜਾਂਦਾ ਹੈ ਤਾਂ ਉਹਦੀ ਫਿਰ ਮੈਂਟਲ ਡਿਵੈਲਪਮੈਂਟ ਹੁੰਦੀ ਹੈ, ਫਿਰ ਕੋਗਨੀਟਿਵ ਡਿਵੈਲਪਮੈਂਟ ਹੁੰਦੀ ਹੈ। ਭਾਵ ਕੀ ਹੈ ਬੱਚਾ ਫਿਰ ਹੀ ਕੁਛ ਨਵਾਂ ਕ੍ਰੀਏਟ ਕਰਨ ਲੱਗਦਾ ਜਦੋਂ ਸਮਾਜ ਦੇ ਵਿੱਚ ਜਾਂਦਾ ਹੈ। ਜਦੋਂ ਸਮਾਜ ਦੇ ਵਿੱਚ ਜਾਊਗਾ ਹੀ ਉਹਨੂੰ ਲੋੜਾਂ ਦਾ ਹੀ ਨਾ ਪਤਾ ਲੱਗੂ ਤਾਂ ਉਹ ਐਕਸਪੀਰੀਅੰਸ ਹੀ ਨਹੀਂ ਲਊਗਾ ਤਾਂ ਉਹ ਕਿਸ ਤਰ੍ਹਾਂ ਨਵੀਂ ਚੀਜ਼ ਦੀ ਡਿਵੈਲਪਮੈਂਟ ਨਵੇਂ ਗਿਆਨ ਦੀ ਡਿਵੈਲਪਮੈਂਟ ਕਰ ਸਕਦਾ।